ਸਾਹਿਬ ਜੀ। ਹਰ ਸੱਚੈ ਤਖਤ ਰਚਾਇਆ, ਸਤ ਸੰਗਤ ਮੇਲਾ। ਨਾਨਕ ਨਿਰਭਉ ਨਿਰੰਕਾਰ, ਵਿੱਚ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲ ਕਾ, ਖੰਡੇ ਕੀ ਬੇਲਾ। ਪੀਓ ਪਾਹੁਲ ਖੰਡ ਧਾਰ, ਹੋਏ ਜਨਮ ਸਹੇਲਾ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦਹੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਬਹਿ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤਰਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤੈ। ਤੇहि ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਿਓ। ਤੇहि ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਿਓ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਭੁਅੰਗਮ ਸਾਧੇ। ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਅਹੰ ਬੁੱਧ ਬਾਧੇ।
ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਬਲ ਭੁਅੰਗਮ ਸਾਧੇ। ਪੰਚ ਜਨਾਸਿਓ ਸੰਗ ਨ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਰਹਾਉ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਬਤ ਤਰਾਏ। ਮਨ ਕੀ ਮੈਲ ਨ ਉਤਰੈ ਇਹ ਵਿਦ, ਜੇ ਲਖ ਜਤਨ ਕਰਾਏ। ਕਨਕ ਕਾਮਨੀ ਹੈ ਵਰ ਗੈਬਰ, ਬਹੁ ਬਿਦ ਦਾਨ ਦਾਤਾਰਾ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰਮਾ ਰਤ ਰਹਿਤਾ। ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ। ਜੋਗ ਸਿੱਧ ਆਸਣ 84, ਏ ਭੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਫਿਰ ਜਨਮੈ, ਹਰਿ ਸਿਉ ਸੰਗ ਨ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲਹਿ ਨਾਮ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ,
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ ਜਾਹਰਾ ਜਹੂਰ, ਹਾਜ਼ਰਾ ਹਜੂਰ ਸਰਵ ਕਲਾ ਸਮਰੱਥ, ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਬਾਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ, ਜਿੱਥੇ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਉੱਥੇ ਨਾਲ ਹੀ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬੇ ਕਮਾਲ ਤੇਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਦੋ ਜਹਾਨ ਦੇ ਬਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸੋ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ। ਆਓ ਗੁਰੂ ਸਵਾਰਿਓ, ਜਿੰਨਾ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ, ਸਮੇਂ ਵਿੱਚ ਰਹਿ ਕੇ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੋ ਪਾਵਨ ਜੀਵਨ ਹੈ, ਪਟਨੇ ਦੀ ਧਰਤੀ ਤੇ ਜੋ ਸਤਿਗੁਰੂ ਜੀ ਨੇ ਬਾਲ ਕੌਤਕ ਕੀਤੇ ਹਨ, ਉਸ ਸੰਬੰਧ ਦੇ ਵਿੱਚ ਆਪਾਂ ਇਤਿਹਾਸਕ ਵਿਚਾਰਾਂ ਵੀ ਸਰਵਣ ਕਰਨੀਆਂ ਹਨ। ਸੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ ਨਾ, ਵੱਡੇ ਵੱਡੇ ਰਹਿਬਰ ਪੀਰ ਪਕੰਬਰ ਔਲੀਏ ਅਵਤਾਰੀ ਪੁਰਸ਼ ਸੰਸਾਰ ਵਿੱਚ ਆਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਐਸੇ ਗੁਰੂ ਹਨ, ਐਸੇ ਅਵਤਾਰੀ ਪੁਰਸ਼ ਹਨ, ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਖੁਦ ਲਿਖਣਾ ਕੀਤੀ ਹੈ। ਹੋਰ ਕਿਸੇ ਵੀ ਰਹਿਬਰ ਨੇ ਆਪਣੀ ਜਿਹੜੀ ਸਵੈ ਜੀਵਨੀ ਲਿਖਣਾ ਨਹੀਂ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਛਲੇ ਜਨਮ ਤੋਂ ਲੈ ਕੇ ਜਿਹੜਾ ਇਹ ਜਨਮ ਹੈ, ਇਸ ਸਮੇਂ ਵਿੱਚ ਸੰਸਾਰ ਵਿੱਚ ਜੋ ਸਤਿਗੁਰੂ ਪ੍ਰਗਟ ਹੋਏ ਸਨ, ਉਹ ਸਾਰੀ ਗਾਥਾ ਸਤਿਗੁਰੂ ਜੀ ਨੇ ਆਪ ਵਰਣਨ ਕੀਤੀ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਨਾ, ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧ ਜਿਹ ਬਿਦ ਮੋਹਿ ਆਨੋ, ਹੇਮਕੁੰਟ ਪਰਬਤ ਹੈ ਜਹਾਂ, ਸ਼ਪਤ ਸ੍ਰਿੰਗ ਸੋਭਤ ਹੈ ਤਹਾਂ, ਸ਼ਪਤ ਸ੍ਰਿੰਗ ਤਹ ਨਾਮ ਕਹਾਵਾ, ਪੰਡ ਰਾਜ ਹੈ ਜੋਗ ਕਮਾਵਾ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ, ਦਇਆ ਤੇ ਰੂਪ ਏਕ ਹੋਏ ਗਇਓ,
ਤਿਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕਲੂ ਮੈਂ ਲੀਆ। ਇੱਥੋਂ ਤੱਕ ਸਤਿਗੁਰੂ ਜੀ ਨੇ ਜੋ ਪਿਛਲੇ ਜਨਮ ਦੀ ਜੋ ਗਾਥਾ ਸੀ ਨਾ, ਕਿ ਜਿਵੇਂ ਹੇਮਕੁੰਡ 'ਚ ਸਪਤ ਸ੍ਰਿੰਗ ਸੋਭਤ ਹੈ, ਤਾਂ ਹੇਮਕੁੰਡ ਦੀ ਧਰਤੀ ਦੀ ਆਪ ਸੰਗਤਾਂ ਨੇ ਤਕਰੀਬਨ ਸਾਰਿਆਂ ਨੇ ਦਰਸ਼ਨਦਾਰੇ ਕੀਤੇ ਨੇ, ਜਿੱਥੇ ਸਭ ਜਿਹੜੀਆਂ ਬਰਫ਼ ਦੀਆਂ 7 ਚੋਟੀਆਂ ਬਣੀਆਂ ਹੋਈਆਂ ਨੇ। ਉਸ ਥਾਂ 'ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਪਰਮੇਸ਼ਰ ਦੀ, ਵਾਹਿਗੁਰੂ ਦੀ ਆਰਾਧਨਾ ਕੀਤੀ। ਐਸੇ ਸਮਾਧੀ ਦੇ ਵਿੱਚ ਲੀਨ ਹੋਏ ਕਿ ਉਸ ਪ੍ਰਭੂ ਨਾਲ ਇੱਕਮਿਕ ਹੋ ਗਏ, ਪ੍ਰਭੂ ਨਾਲ ਇੱਕਮਿਕ ਹੋ ਗਏ। ਅਤੇ ਉੱਧਰੋਂ ਧਰਤੀ ਦੇ ਉੱਤੇ ਪਾਪਾਂ ਦਾ ਭਾਰ ਦਿਨੋਂ ਦਿਨ ਵੱਧਦਾ ਜਾ ਰਿਹਾ, ਅਤੇ ਇੱਥੋਂ ਤੱਕ ਧਰਤੀ ਨੂੰ ਸੋਧਣ ਦੇ ਲਈ, ਜੀਵਾਂ ਦਾ ਕਲਿਆਣ ਕਰਨ ਹਿੱਤ ਆਪ ਨਿਰੰਕਾਰ ਵਾਹਿਗੁਰੂ ਨੂੰ 10 ਜਾਮੇ ਧਾਰਨ ਕਰਨੇ ਪਏ। ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਵਿੱਚ ਆਏ। ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਫਿਰ ਜਿਹੜੇ 9 ਸਰੀਰ ਹੋਰ ਧਾਰਨ ਕੀਤੇ। ਜੇ ਆਪਾਂ ਵਿਚਾਰ ਕੇ ਦੇਖੀਏ ਨਾ, ਵਿਗਿਆਨ ਨੇ ਇੰਨੀ ਤਰੱਕੀ ਕੀਤੀ ਹੈ ਕਿ ਕਿਸੇ ਦਾ ਹੱਥ ਕੱਟਿਆ ਜਾਵੇ ਨਾ, ਤੇ ਵਿਗਿਆਨ ਡਾਕਟਰਾਂ ਨੇ ਤਰੱਕੀ ਕੀਤੀ ਹੈ ਕਿ ਦੂਜੇ ਦਾ ਹੱਥ ਵੱਢ ਕੇ ਉੱਥੇ ਲਾਇਆ ਜਾ ਸਕਦਾ ਹੈ, ਉਹ ਬਾਂਹ ਚੱਲ ਸਕਦੀ ਹੈ, ਹੱਥ ਚੱਲ ਸਕਦਾ ਹੈ। ਹੋਰ ਸਰੀਰ ਦਾ ਕੋਈ ਅੰਗ ਭੰਗ ਹੋ ਜਾਵੇ ਤੇ ਵਿਗਿਆਨੀ ਲੋਕ ਇਹ ਕਰ ਸਕਦੇ ਨੇ, ਪਰ ਸਰੀਰਾਂ ਦਾ ਮੇਲ ਸਰੀਰਾਂ ਨਾਲ ਜੋੜ ਸਕਦੇ ਨੇ। ਪਰ ਜੋਤ ਹੈ ਨਾ, ਜਿਹੜੀ ਸਰੀਰਾਂ ਅੰਦਰ ਜੋਤ ਜਗ ਰਹੀ ਹੈ, ਜਗਮਗ ਜੋਤ ਬਿਰਾਜ ਹੀ, ਉਹ ਜੋਤ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਪ੍ਰਕਾਸ਼ਵਾਨ ਕਰਨੀ, ਇਹ ਵਿਗਿਆਨੀਆਂ ਦੇ ਹੱਥ ਦੀ ਗੱਲ ਨਹੀਂ ਹੈ। ਕੋਈ ਸਾਇੰਸਦਾਨ, ਵਿਗਿਆਨੀ ਇਤਿਆਦਿਕ ਇਹ ਨਹੀਂ ਕਰ ਸਕਦੇ ਹਨ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਵਿੱਚ ਆਏ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜੀ ਜੋਤ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਵਿਰਾਜਮਾਨ ਸੀ, ਉਹੀ ਜੋਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜ ਵਿੱਚ ਵਿਰਾਜਮਾਨ ਕੀਤੀ। ਉਹੀ ਜੋਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਵਿੱਚ ਵਿਰਾਜਮਾਨ ਕੀਤੀ, ਤੇ ਉਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਵਿੱਚ ਵਿਰਾਜਮਾਨ ਕੀਤੀ। ਤੇ ਕਹਿਣ ਦਾ ਭਾਵ ਹੈ ਕਿ 10 ਜਾਮੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਧਾਰਨ ਕੀਤੇ, ਤੇ ਜੋਤ ਇੱਕ ਵਰਤ ਰਹੀ ਹੈ, ਜਿਹੜੀ ਨਿਰੰਕਾਰ ਦੀ ਜੋਤ ਗੁਰੂ ਨਾਨਕ ਵਿੱਚ ਵਰਤ ਰਹੀ ਸੀ। ਅੱਜ ਉਹੀ ਇਲਾਹੀ ਜੋਤ, ਗੁਰੂ ਨਾਨਕ ਦੀ ਜੋਤ 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਵਰਤ ਰਹੀ ਹੈ। ਆਸ਼ਚਰਜ ਖੇਡ ਇਹ ਹੈ ਕਿ ਇੱਕੋ ਸਮੇਂ ਜਿਹੜੀ ਜੋਤ ਹੈ 2 ਸਰੀਰਾਂ ਅੰਦਰ ਵਰਤ ਰਹੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਉੱਤੇ ਵਿਰਾਜਮਾਨ ਨੇ। ਸਮਾਂ ਜਦੋਂ ਸਤਿਗੁਰੂ ਜੀ ਨੇ ਆਪ ਆਪਣੀ ਜੀਵਨ ਗਾਥਾ ਲਿਖਣਾ ਕੀਤੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮਾਤਾ ਗੁਜਰੀ ਜੀ ਦੀ ਸ਼ਾਦੀ ਹੋਇਆਂ ਨੂੰ, ਆਨੰਦ ਕਾਰਜ ਹੋਇਆਂ ਨੂੰ ਬਹੁਤ ਲੰਮਾ ਸਮਾਂ ਲੰਘ ਚੁੱਕਾ ਸੀ। ਪਰ ਧੰਨ ਹੈ ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਕਦੇ ਵੀ ਆਪਣੇ ਪਤੀ ਪਰਮੇਸ਼ਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਇਹ ਬੇਨਤੀ ਨਹੀਂ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਕੁੱਖ ਨੂੰ ਭਾਗ ਲਾਵੋ, ਮੈਨੂੰ ਪੁੱਤਰ ਦੀ ਦਾਤ ਦੇਣਾ ਕਰੋ। ਸਬਰ ਸੰਤੋਖ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕੀਤਾ। ਇੱਥੋਂ ਤੱਕ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ ਤੇ 26 ਸਾਲ ਕੁਝ ਕੁ ਮਹੀਨੇ ਸਤਿਗੁਰੂ ਜੀ ਬੰਦਗੀ ਕਰਦੇ ਨੇ, ਤੇ ਮਾਤਾ ਗੁਜਰ ਕੌਰ ਜੀ ਗੁਜਰੀ ਜੀ ਬਾਹਰ ਬਹਿ ਕੇ ਪਹਿਰਾ ਦਿੰਦੇ ਨੇ। ਸਮੇਂ ਅਨੁਸਾਰ ਜੋ ਲੋੜਾਂ ਸਤਿਗੁਰ ਦੀਆਂ ਸਨ, ਉਹ ਲੋੜਾਂ ਮਾਤਾ ਗੁਜਰੀ ਜੀ ਪੂਰੀਆਂ ਕਰਦੇ ਨੇ। ਤੇ ਗੁਰੂ ਸਵਾਰਿਓ, ਫਿਰ ਉਹ ਸਮਾਂ ਆਇਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਪੂਰਬ ਵਾਲੇ ਪਾਸੇ ਨੂੰ ਪਿਆਨਾ ਕੀਤਾ।
ਸਿੱਖੀ ਦਾ ਪ੍ਰਚਾਰ ਕਰਨ ਹਿੱਤ ਸਤਿਗੁਰੂ ਜੀ ਪੂਰਬ ਦੇ ਇਲਾਕੇ ਵਿੱਚ ਜਾ ਰਹੇ ਨੇ। ਇਲਾਹਾਬਾਦ ਦੀ ਧਰਤੀ ਜਿੱਥੇ ਹਿੰਦੂਆਂ ਦਾ ਵੱਡਾ ਤੀਰਥ ਹੈ, ਪ੍ਰਾਗ ਤੀਰਥ, ਤ੍ਰਿਵੇਣੀ ਜਿਹਨੂੰ ਆਖਿਆ, ਤਿੰਨਾਂ ਨਦੀਆਂ ਦਾ ਕਹਿੰਦੇ ਸੁਮੇਲ ਹੁੰਦਾ ਹੈ ਤੇ ਨਾਮ ਤ੍ਰਿਵੇਣੀ ਪੈ ਗਿਆ। ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਿਰਾਜਮਾਨ ਨੇ। ਕਹਿੰਦੇ ਨੇ ਜਗਤ ਮਾਤਾ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜੀ, ਤੇ ਇਸੇ ਪ੍ਰਕਾਰ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਉਸ ਸਮੇਂ ਉਹ ਚੱਲ ਕੇ ਆਪਣੇ ਪੁੱਤਰ ਕੋਲ ਆਏ ਨੇ। ਬਿਰਧ ਅਵਸਥਾ ਹੈ। ਮਾਤਾ ਨਾਨਕੀ ਜੀ ਦੇ ਕੋਲ ਪਹੁੰਚੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ। ਕਹਿਣ ਲੱਗੇ, ਮਾਤਾ ਜੀ ਕੋਈ ਕੰਮ ਸੀ, ਤੁਸੀਂ ਸਾਡੇ ਕੋਲ ਚੱਲ ਕੇ ਆਉਂਦੇ, ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ। ਤੇ ਮਾਤਾ ਜੀ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ, ਤੁਸੀਂ ਸਾਡੇ ਕੋਲ ਚੱਲ ਕੇ ਆਏ ਤੇ ਸਾਨੂੰ ਹੁਕਮ ਕਰਦੇ ਸੀ ਤੁਹਾਡੇ ਕੋਲ ਖੁਦ ਚੱਲ ਕੇ ਦੱਸੋ ਕੀ ਕੰਮ ਹੈ। ਤੇ ਮਾਤਾ ਨਾਨਕੀ ਜੀ ਨੇ ਤੋਂ ਬਚਨ ਕੀਤੇ। ਕਹਿਣ ਲੱਗੇ, ਪੁੱਤਰ ਜਦੋਂ ਤੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸਨ, ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ। ਤੇ ਪੁੱਤਰ ਉਦੋਂ ਮੈਂ ਆਪ ਜੀ ਦੇ ਪਿਤਾ ਗੁਰੂ ਕੋਲ ਇਹ ਬੇਨਤੀ ਕੀਤੀ ਸੀ ਕਿ ਮੇਰਾ ਪੁੱਤਰ ਜੋ ਤੇਗ ਬਹਾਦਰ ਹੈ ਨਾ, ਇਹ ਭੋਲੇ ਸੁਭਾਅ ਵਾਲਾ ਹੈ, ਇਹ ਵਿਰਾਗਮਈ ਬਿਰਤੀ ਵਿੱਚ ਰਹਿੰਦਾ ਹਰ ਸਮੇਂ, ਤੇ ਇਹਨਾਂ ਦੇ ਕੀ ਬਣੇਗਾ? ਇਹ ਗੁਰਤਾ ਗੱਦੀ ਤੋਂ ਖਾਲੀ ਰਹਿ ਗਿਆ, ਤਾਂ ਗੁਜਰਾਨ ਕਿਵੇਂ ਹੋਵੇਗਾ? ਤੇ ਸਤਿਗੁਰੂ ਮਹਾਰਾਜ ਨੇ ਉਦੋਂ ਬਚਨ ਕੀਤੇ ਸੀ ਕਿ ਆਉਣ ਵਾਲੇ ਸਮੇਂ ਤੇਰਾ ਪੁੱਤਰ ਜਿਹੜਾ ਹੈ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣੇਗਾ। ਮੈਨੂੰ ਇੱਕ ਪੋਥੀ, ਕਟਾਰ ਤੇ ਮੈਨੂੰ ਇਹ ਜਿਹੜੀ ਇੱਕ ਰੁਮਾਲ ਦੇਣਾ ਕੀਤਾ ਸੀ ਕਿ ਇਹ ਵਸਤੂਆਂ ਦਿੱਤੀਆਂ ਸਨ ਜੋ ਮੈਂ ਸਾਂਭ ਕੇ ਰੱਖੀਆਂ ਹੋਈਆਂ ਨੇ। ਜਦੋਂ ਸਤਿਗੁਰੂ ਫਿਰ ਜੋਤੀ ਜੋ ਸਮਾਉਣ ਲੱਗੇ ਸੀ, ਮੈਂ ਉਸ ਸਮੇਂ ਇਹ ਬੇਨਤੀ ਕੀਤੀ ਸੀ ਕਿ ਸਤਿਗੁਰੂ ਮੈਨੂੰ ਵੀ ਨਾਲ ਲਿਜਾਣਾ ਕਰੋ। ਤੇ ਉਦੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਬਚਨ ਕੀਤੇ ਸੀ ਕਿ ਨਹੀਂ, ਪਰਾਲਬਧ ਅਨੁਸਾਰ ਤੁਹਾਡੀ ਹਾਲੇ ਆਜੂ ਲਵੇਰੀ ਹੈ। ਤੁਸੀਂ ਆਪਣੇ ਪੋਤਰੇ ਦਾ ਮੁੱਖ ਦੇਖਣਾ, ਪੋਤਰੇ ਨੂੰ ਆਪਣੀ ਗੋਦ 'ਚ ਖਿਡਾਉਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੈ। ਤੇ ਮਾਤਾ ਨਾਨਕੀ ਜੀ ਕਹਿਣ ਲੱਗੇ, ਪੁੱਤਰ ਤੁਹਾਡੇ ਪਿਤਾ ਗੁਰੂ ਦੇ ਬਚਨ ਨੇ, ਜਿਸ ਕਰਕੇ ਇੰਨਾ ਸਮਾਂ ਹੋ ਚੁੱਕਾ ਹੈ, ਪਰ ਪਤਾ ਨਹੀਂ ਕਦੋਂ ਪਿਤਾ ਗੁਰੂ ਦੇ ਬਚਨ ਇਹ ਸੱਤ ਹੋਣੇ ਨੇ, ਕਦੋਂ ਮੈਂ ਆਪਣੇ ਪੋਤਰੇ ਨੂੰ ਆਪਣੀ ਗੋਦ 'ਚ ਖਿਡਾਵਾਂਗੀ। ਜਦੋਂ ਮਾਤਾ ਨਾਨਕੀ ਜੀ ਨੇ ਇਹ ਬਚਨ ਕੀਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਮਾਤਾ ਜੀ, ਜੇ ਅਕਾਲ ਪੁਰਖ ਨੂੰ ਭਾਇਆ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਇਆ, ਤੁਹਾਡੀ ਇੱਛਾ ਜਲਦ ਪੂਰੀ ਹੋਵੇਗੀ। ਇਹ ਤ੍ਰਿਵੇਣੀ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮਾਤਾ ਨਾਨਕੀ ਜੀ ਦੇ ਆਪਸ 'ਚ ਬਚਨ ਵਿਲਾਸ ਹੋਏ ਸੀ। ਇੱਥੇ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ। ਗੁਰਬਾਣੀ ਵਿੱਚ ਗੁਰੂ ਮਹਾਰਾਜ ਨੇ ਆਪ ਬਚਨ ਕੀਤੇ ਨੇ ਕਿ ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤੇ। ਇਸੇ ਹੀ ਤ੍ਰਿਵੇਣੀ ਦੀ ਧਰਤੀ ਤੇ ਕਹਿੰਦੇ ਪੁੰਨ ਦਾਨ ਕੀਤੇ, ਭਾਵੇਂ ਇੱਥੇ ਬੜੀ ਭਜਨ ਬੰਦਗੀ ਕੀਤੀ ਹੈ, ਲੋੜਵੰਦਾਂ ਦੀ ਸਹਾਇਤਾ ਕੀਤੀ। ਤਾਤ ਮਾਤ ਮੁਰ ਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ। ਕਹਿੰਦੇ ਮੇਰੇ ਮਾਤਾ ਪਿਤਾ ਨੇ ਉਸ ਪਰਮੇਸ਼ਰ ਦੀ ਆਰਾਧਨਾ ਕੀਤੀ ਤੇ ਪਰਮੇਸ਼ਰ ਦੀ ਆਰਾਧਨਾ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ। ਇਸੇ ਤ੍ਰਿਵੇਣੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਸਿੱਖਾਂ ਨੂੰ ਆਖਿਆ ਕਿ ਬਾਣੀ ਪੜ੍ਹੋ, ਤੇ ਸਿੱਖ ਬਾਣੀ ਪੜ੍ਹਦੇ ਨੇ। ਤੇ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਚੌਂਕੜਾ ਮਾਰ ਕੇ ਬਾਣੀ ਸੁਣਦੇ ਨੇ। ਤੇ ਇੰਜ ਗੁਰੂ ਸਵਾਰਿਓ ਇੱਥੋਂ ਫਿਰ ਮਾਤਾ ਜੀ ਨੂੰ ਨਿਸ਼ਾਨੀਆਂ ਪ੍ਰਾਪਤ ਹੋਈਆਂ ਸਨ। ਤਰਵੇਣੀ ਦੀ ਧਰਤੀ ਤੇ ਜੋ ਸਤਿਗੁਰੂ ਤਰਵੇਣੀ ਤੋਂ ਚੱਲੇ ਨੇ, ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਤੇ ਉੱਥੇ ਸਤਿਗੁਰੂ ਜੀ ਦਾ ਫਿਰ ਪ੍ਰਕਾਸ਼ ਹੋਇਆ, ਜਿਹਦੇ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਤੇਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਪਟਨਾ ਸਾਹਿਬ ਧਰਤੀ ਜਿੱਥੇ ਗੁਰੂ ਸਵਾਰਿਓ ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਰਨ ਪਾਏ ਸੀ। ਸਾਲਸਰਾਏ ਜੌਹਰੀ ਜਿਹੜਾ ਸੀ ਉਹਨੂੰ ਸਤਿਗੁਰੂ ਨੇ ਵਾਜਣਾ ਕੀਤਾ ਸੀ, ਤੇ ਸਾਲਸਰਾਏ ਜੌਹਰੀ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ। ਪਹਿਲਾ ਨਾਮ ਸੀ ਪਾਟਲੀ ਪੁੱਤਰ, ਪਟਨੇ ਦੀ ਧਰਤੀ ਦਾ ਪਹਿਲਾ ਨਾਮ ਪਾਟਲੀ ਪੁੱਤਰ ਸੀ। ਸਾਲਸਰਾਏ ਜੌਹਰੀ ਨੇ ਬੇਨਤੀ ਕੀਤੀ ਸੀ, ਜੋ ਸਤਿਗੁਰੂ ਜੀ ਅੱਗੇ ਜਾਣ ਲੱਗੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਆਖਿਆ ਕਿ ਸਤਿਗੁਰੂ ਜੀ ਆਪ ਜੀ ਮੇਰੇ ਘਰ ਵਿੱਚ ਰਹਿਣਾ ਕਰੋ, ਮੇਰੇ ਘਰ ਵਿੱਚ ਰਹੋ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਕੀਤੇ ਸੀ ਕਿ ਹੁਣ ਅਸੀਂ ਬੜੇ ਕਾਰਜ ਕਰਨੇ ਨੇ, ਥਾਵਾਂ ਥਾਵਾਂ ਤੇ ਜਾਣਾ ਹੈ, ਸਮਾਂ ਆਵੇਗਾ ਅਸੀਂ 10ਵਾਂ ਜਾਮਾ ਤੇਰੇ ਘਰ ਵਿੱਚ ਪ੍ਰਕਾਸ਼ ਹੋਵਾਂਗੇ। 10ਵੇਂ ਜਾਮੇ ਦੇ ਵਿੱਚ ਜੋ ਅਸੀਂ 10ਵਾਂ ਜਾਮਾ ਧਾਰਨ ਕਰਾਂਗੇ ਨਾ, 10ਵਾਂ ਸਰੀਰ ਧਾਰਨ ਕਰਾਂਗੇ, ਉਦੋਂ ਅਸੀਂ ਤੇਰੇ ਘਰ 'ਚ ਪ੍ਰਕਾਸ਼ ਕਰਾਂਗੇ, ਜਿੱਥੇ ਅੱਜ ਹਰਿਮੰਦਰ ਜੀ ਪਟਨਾ ਸਾਹਿਬ ਦੀ ਧਰਤੀ ਹੈ, ਸਾਡਾ ਤਖਤ ਹੈ ਸਿੱਖਾਂ ਦਾ। ਉਹ ਸਾਲਸਰਾਏ ਜੌਹਰੀ ਦਾ ਘਰ ਹੈ ਅਸਲ ਵਿੱਚ। ਉਸ ਥਾਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਟਨੇ ਦੀ ਧਰਤੀ ਤੇ ਪਹੁੰਚੇ ਸਨ, ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਰਾਜਾ ਰਾਮ ਸਿੰਘ, ਰਾਜਾ ਚੱਕਰ ਧਵਜ ਜਿਹਨਾਂ ਦੀ ਜੋ ਔਰੰਗਜ਼ੇਬ ਬਾਦਸ਼ਾਹ ਨੇ ਭੇਜਿਆ ਹੋਇਆ ਸੀ ਇਹ ਅਸਾਮ ਦੇ ਰਜਿਤ ਪ੍ਰਾਪਤ ਕਰਨ ਦੇ ਲਈ, ਤੇ ਉਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤੇ ਆਪਣੇ ਸਤਿਗੁਰੂ ਜੀ ਰਾਜਾ ਰਾਮ ਸਿੰਘ ਦੇ ਨਾਲ ਗਏ ਸੀ ਗੁਰੂ ਸਵਾਰੇ। ਇੱਧਰੋਂ ਪਟਨੇ ਦੀ ਧਰਤੀ ਤੇ ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ, ਮੁਨਸੀ ਸਾਹਿਬ ਚੰਦ ਇਤਿਆਦਿਕ ਇਹ ਜਿੰਨੇ ਵੀ ਸਿੱਖ ਸਨ, ਸਾਰੇ ਸਿੱਖਾਂ ਨੂੰ ਸਤਿਗੁਰੂ ਇੱਥੇ ਛੱਡਿਆ ਤੇ ਬਚਨ ਕੀਤੇ ਕਿ ਤੁਸੀਂ ਸਾਡੇ ਪਰਿਵਾਰ ਦਾ ਖਿਆਲ ਰੱਖਣਾ ਹੈ, ਅਸੀਂ ਕਾਰਜ ਕਰਕੇ ਆਉਣਾ ਹੈ। ਤੇ ਇੱਧਰ ਸਤਿਗੁਰੂ ਜੀ ਅਸਾਮ ਦੀ ਧਰਤੀ ਤੇ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਉਧਰ ਪਹਿਰ ਰਾਤ ਰਹਿੰਦੀ ਦਾ ਸਮਾਂ, ਜਿਹਨੂੰ ਪੋਹ ਪਠਾਲਾ ਆਖਿਆ ਜਾਂਦਾ, ਅੰਮ੍ਰਿਤ ਵੇਲੇ ਦਾ ਸਮਾਂ। ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਸੰਸਾਰ ਵਿੱਚ ਆਗਮਨ ਹੋਇਆ। ਕਹਿੰਦੇ ਨੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਹੈ। ਉਧਰੋਂ ਮਾਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਦੀ ਧਰਤੀ ਤੇ ਬੈਠੇ ਮੁਸਕਰਾਏ ਨੇ। ਇੱਧਰ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਉਧਰ ਸਤਿਗੁਰੂ ਮੁਸਕਰਾਏ ਹਨ। ਜਿਹੜੇ ਕੋਲ ਸਿੱਖ ਬੈਠੇ ਨੇ ਦੇਖ ਕੇ ਅਚਰਜ ਹੋ ਗਏ, ਹੈਰਾਨ ਹੋ ਗਏ, ਪੁੱਛਦੇ ਨੇ, ਆਪਸ 'ਚ ਗੱਲਾਂ ਬਾਤਾਂ ਕਰਦੇ ਨੇ ਕਿ ਸਾਨੂੰ ਇੰਨਾ ਸਮਾਂ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਗਤ ਕਰਦੇ ਹਾਂ, ਪਰ ਕਦੇ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੁਸਕਰਾਉਂਦਿਆਂ ਨਹੀਂ ਦੇਖਣਾ ਕੀਤਾ। ਇਹ ਪਹਿਲੀ ਮੁਸਕਰਾਹਟ ਹੈ। ਸਤਿਗੁਰੂ ਕਿਉਂ ਮੁਸਕਰਾਏ ਨੇ, ਕਾਰਨ ਕੀ ਹੈ? ਤੇ ਨਿਕਟ ਵਰਤੀ ਸਿੱਖ ਆਖਣ ਲੱਗੇ ਕਿ ਇੰਜ ਜਾਪਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਆਗਮਨ ਹੋ ਗਿਆ ਹੈ। ਸਤਿਗੁਰੂ ਜੀ ਨੇ ਉਹ ਕੌਤਕ ਆਪਣੇ ਨੇਤਰਾਂ ਨਾਲ, ਅੰਤਰਜਾਮਤਾ ਨਾਲ ਦੇਖਣਾ ਕੀਤਾ, ਜਿਸ ਕਰਕੇ ਗੁਰਦੇਵ ਪਿਤਾ ਜੀ ਮੁਸਕਰਾਏ ਹਨ। ਇੱਧਰੋਂ ਸਤਿਗੁਰੂ ਨੇ ਸਮਾਧੀ ਖੋਲ੍ਹੀ, ਸਿੱਖਾਂ ਨੇ ਸਵਾਲ ਕੀਤਾ, ਕਹਿਣ ਲੱਗੇ, ਹੇ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਦੀ ਮੁਸਕਰਾਹਟ ਦਾ ਕਾਰਨ ਕੀ ਹੈ? ਸਤਿਗੁਰੂ, ਕਿਤੇ ਇਹ ਤਾਂ ਨਹੀਂ ਕਿ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋ ਚੁੱਕਾ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਭਾਈ, ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਅੱਜ ਸਾਡੇ ਘਰ ਵਿੱਚ ਉਹ ਮਹਾਨ ਤਪਸਵੀ, ਉਹ ਰਹਿਬਰ, ਜਿਹਨੇ ਸੰਸਾਰ ਵਿੱਚ ਛੋਟੀ ਆਜੂ ਵਿੱਚ ਵੱਡੇ ਵੱਡੇ ਕਾਰਨਾਮੇ ਕਰਨੇ ਨੇ, ਉਹ ਸਮਰੱਥ ਗੁਰੂ ਨਾਨਕ ਦੀ ਗੱਦੀ ਦਾ 10ਵਾਂ ਵਾਰਸ ਸਾਡੇ ਗ੍ਰਹਿ ਵਿਖੇ ਪ੍ਰਗਟ ਹੋ ਚੁੱਕਾ ਹੈ। ਤੇ ਉਦੋਂ ਗੁਰੂ ਸਵਾਰੇ ਰਾਜਾ ਰਾਮ ਸਿੰਘ ਨੇ
ਬਹੁਤ ਸਾਰੀ ਖੁਸ਼ੀ ਵਿੱਚ ਉੱਥੇ ਮਠਿਆਈ ਵੰਡਣਾ ਕੀਤੀ ਸੀ ਅਸਾਮ ਦੀ ਧਰਤੀ ਤੇ। ਇੱਧਰ ਪਟਨੇ ਦੀ ਧਰਤੀ ਤੇ 1666 ਇਤਿਹਾਸਕਾਰਨ ਹੈ 22 ਦਸੰਬਰ 1666 ਸਤਿਗੁਰੂ ਦਾ ਜਿਹੜਾ ਪ੍ਰਕਾਸ਼ ਲਿਖਣਾ ਕੀਤਾ ਪੋਸ ਦੀ 7ਵੀਂ ਮੁਤਾਬਕ। ਉਦੋਂ ਇਹ ਤਰੀਕ ਸੀ। ਕਹਿੰਦੇ ਸਤਿਗੁਰ ਦਾ ਪ੍ਰਕਾਸ਼ ਹੋਇਆ, ਸਾਰੇ ਪਟਨੇ ਦੀ ਧਰਤੀ ਤੇ ਇੱਕ ਵੱਖਰੀ ਹੀ ਚਮਕ, ਵੱਖਰਾ ਹੀ ਪ੍ਰਕਾਸ਼ ਨੂਰ ਘਰ ਘਰ ਦੇ ਵਿੱਚ ਵੱਖਰਾ ਹੀ ਆਨੰਦ ਵਰਤ ਰਿਹਾ ਹੈ। ਇਹੋ ਜੀ ਆਚਰਜ ਖੇਡ ਵਰਤੀ ਕਿ ਇੱਧਰੋਂ ਸਤਿਗੁਰ ਦਾ ਪ੍ਰਕਾਸ਼ ਹੋ ਰਿਹਾ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਕਰਾਏ ਨੇ, ਉਧਰ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਬਾਬਾ ਭੀਖਣ ਸ਼ਾਹ ਜੀ ਪੀਰ, ਜਿਹੜੇ ਅੰਤਰਜਾਮਤ ਨਾਲ ਆਪਣੀ ਸਮਾਧੀ 'ਚ ਬੈਠੇ ਹੋਏ ਨੇ, ਨਵਾਜ਼ ਅਦਾ ਕਰਦੇ ਨੇ। ਅੰਤਰਜਾਮਤਾ ਹੋਈ ਕਿ ਜਿਸ ਖੁਦਾ ਨੂੰ ਮੈਂ ਮੱਕੇ ਮਦੀਨੇ ਵਿੱਚ ਦੇਖਦਾ ਹਾਂ, ਮੇਰਾ ਖੁਦਾ ਅੱਜ ਪੂਰਬ ਵਾਲੇ ਇਲਾਕੇ 'ਚ ਇੱਕ ਬਾਲਕ ਦੇ ਰੂਪ 'ਚ ਪ੍ਰਗਟ ਹੋਇਆ ਹੈ। ਕਹਿੰਦੇ ਉਦੋਂ ਭੀਖਣ ਸ਼ਾਹ ਜੀ ਨੇ ਉਸ ਸਮੇਂ ਪੂਰਬ ਵਾਲੇ ਪਾਸੇ ਨੂੰ ਗੁਰੂ ਸਰ ਸਜਦਾ ਕੀਤਾ, ਪਟਨੇ ਵਾਲੀ ਧਰਤੀ ਵੱਲੋਂ ਸਜਦਾ ਕੀਤਾ ਸੀ। ਤੇ ਇਹ ਆਚਰਜ ਕੌਤਕ ਸਤਿਗੁਰਾਂ ਦੇ ਪ੍ਰਕਾਸ਼ ਵੇਲੇ ਵਰਤੇ ਨੇ। ਫਿਰ ਗੁਰੂ ਸਵਾਰੇ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਪਾਲਣਾ ਪੋਸ਼ਣਾ ਹੋ ਰਹੀ ਹੈ। ਮਾਤਾ ਨਾਨਕੀ ਜੀ ਨੇ, ਬਾਬਾ ਕਿਰਪਾਲ ਚੰਦ ਜੀ ਨੇ 2 ਸਿੱਖ ਭੇਜੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਇਹ ਖਬਰ ਪਹੁੰਚਾਉਣ ਦੇ ਲਈ ਕਿ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋ ਚੁੱਕਾ ਹੈ। ਕਹਿੰਦੇ ਉਸ ਸਮੇਂ ਸਿੱਖ ਗਏ, ਸਿੱਖਾਂ ਨੇ ਜਾ ਕੇ ਸਤਿਗੁਰੂ ਨੂੰ ਖਬਰ ਸੁਣਾਈ ਹੈ, ਤੇ ਜਿਨ੍ਹਾਂ ਦਾ ਨਾਮ ਮੋਹਰੀ ਚੰਦ ਤੇ ਕਲਿਆਣ ਚੰਦ ਇਤਿਹਾਸ ਵਿੱਚ ਆਉਂਦਾ ਹੈ। ਤੇ ਇਹਨਾਂ ਨੇ ਜਾ ਕੇ ਖਬਰ ਪਹੁੰਚਾਈ ਕਿ ਸਤਿਗੁਰੂ ਆਪ ਜੀ ਨੂੰ ਵਧਾਈਆਂ, ਮੁਬਾਰਕਾਂ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਨੇ ਇੱਕ ਹੁਕਮਨਾਮਾ ਲਿਖਿਆ। ਹੁਕਮਨਾਮੇ ਉੱਤੇ ਸਤਿਗੁਰੂ ਨੇ ਬਚਨ ਲਿਖੇ ਕਿ ਸਾਡੇ ਸਾਹਿਬਜ਼ਾਦੇ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ, ਬਾਲਕ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ, ਬਾਲਕ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ। ਜੋ ਵੀ ਇਹ ਆਖਣ ਮਾਮਾ ਕਿਰਪਾਲ ਚੰਦ, ਮਾਤਾ ਗੁਜਰ ਕੌਰ ਜੀ ਨੂੰ ਤੇ ਮਾਤਾ ਨਾਨਕੀ ਸਾਰਿਆਂ ਨੂੰ ਆਖ ਦਿੱਤਾ ਕਿ ਜੋ ਵੀ ਇਹ ਕਰਨ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ ਕਰਨੀ ਹੈ। ਇਹ ਆਮ ਨਹੀਂ ਹੈ, ਇਹ ਖਾਸ ਹਨ। ਇਹ ਨਿਰੰਕਾਰ ਦਾ ਸਰੂਪ ਸਾਡੇ ਗ੍ਰਹਿ ਵਿਖੇ ਪ੍ਰਗਟ ਹੋਇਆ ਹੈ। ਤੇ ਗੁਰੂ ਸਵਾਰਿਓ ਇੰਜ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਇੱਧਰੋਂ ਗੁਰੂ ਸਵਾਰੇ ਜਦੋਂ ਭੀਖਣ ਸ਼ਾਹ ਨੇ ਸਜਦਾ ਕੀਤਾ, ਇਹਦੇ ਚੇਲੇ ਪਾਲ ਕੇ ਸਵਾਲ ਕਰਦੇ ਨੇ, ਕਹਿੰਦੇ ਨੇ ਕਿ ਪੀਰ ਜੀ ਇਸਲਾਮ ਦੇ ਵਿੱਚ ਆਪ ਜੀ ਦਾ ਬਹੁਤ ਵੱਡਾ ਸਤਿਕਾਰ ਹੈ, ਲੋਕ ਆਪ ਜੀ ਤੋਂ ਸੇਧ ਲੈਂਦੇ ਨੇ, ਪਰ ਜੇ ਆਪ ਜੈਸੇ ਹੀ ਵੱਡੇ ਮਹਾਂਪੁਰਖ, ਅਵਤਾਰੀ ਪੁਰਸ਼, ਪੀਰ ਪਕੰਬਰ ਧਰਮ ਤੋਂ ਉਲਟ ਕਰਮ ਕਰਨ ਤੇ ਸ਼ਰ੍ਹਾ ਤੋਂ ਉਲਟ ਕਰਮ ਕਰਨ, ਤੇ ਫਿਰ ਸਾਡੇ ਜੈਸੇ ਸ਼ਰ੍ਹਾ ਵਿੱਚ ਕਿਵੇਂ ਰਹਿ ਸਕਦੇ ਨੇ ਕਿ ਤੁਸੀਂ ਉਲਟ ਦਿਸ਼ਾ ਵਾਲੇ ਪਾਸੇ, ਪੂਰਬ ਵਾਲੇ ਪਾਸੇ ਨੂੰ ਸਜਦਾ ਕੀਤਾ ਹੈ। ਤੇ ਕਹਿੰਦੇ ਨੇ ਉਦੋਂ ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਮੈਂ ਨਵਾਜ਼ ਅਦਾ ਕਰਦਾ, ਧਿਆਨ ਧਾਰਨ ਕਰਦਾ ਹਾਂ, ਮੇਰੀ ਜਿਹੜੀ ਸੁਰਤੀ ਹੈ ਉਹ ਮੱਕੇ ਮਦੀਨੇ ਵਿੱਚ ਪਹੁੰਚਦੀ ਹੈ। ਮੱਕੇ ਮਦੀਨੇ ਵਿੱਚ ਜਦੋਂ ਮੈਂ ਦੇਖਦਾ ਹਾਂ, ਖੁਦਾ ਦੇ ਦੀਦਾਰ ਕਰਦਾ ਨਾ, ਮੈਨੂੰ ਉੱਥੇ ਇੱਕ ਬਾਲਕ ਬੈਠਾ ਹੋਇਆ ਨਜ਼ਰ ਆਉਂਦਾ, ਜਿਹਦੀ ਚਿਹਰੇ ਦਾ ਚਮਕ ਨੂਰ ਵੱਖਰਾ ਹੀ ਹੈ। ਕਹਿੰਦੇ ਜਿਸ ਬਾਲਕ ਨੂੰ, ਬੱਚੇ ਨੂੰ ਮੈਂ ਉਸ ਮੱਕੇ ਮਦੀਨੇ ਵਿੱਚ ਬੈਠੇ ਹੋਏ ਦੇਖਣਾ ਕੀਤਾ, ਜਿੱਥੇ ਮੇਰੀ ਸੁਰਤੀ ਪਹੁੰਚਦੀ ਹੈ, ਸੁਰਤੀ ਦੇ ਰਾਹੀਂ ਅੱਜ ਕਹਿੰਦੇ ਉਹੀ ਮੇਰਾ ਖੁਦਾ ਇੱਕ ਬਾਲਕ ਦੇ ਰੂਪ ਦੇ ਵਿੱਚ ਪਟਨੇ ਦੀ ਧਰਤੀ ਉਤੋਂ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਤੇ ਇਸ ਕਰਕੇ ਮੈਂ ਇੱਧਰਲੇ ਪਾਸੇ ਨੂੰ ਸਜਦਾ ਕੀਤਾ ਹੈ। ਤੇ ਪੰਜਾਬ ਦੀ ਧਰਤੀ ਤੋਂ ਪੀਰ ਭੀਖਣ ਸ਼ਾਹ ਜੀ ਆਪਣੇ ਮੁਰੀਦਾਂ ਦੇ ਸਹਿਤ ਪਟਨੇ ਵੱਲ ਨੂੰ ਚਾਲੇ ਪਾ ਦਿੱਤੇ ਨੇ। ਇੱਧਰੋਂ ਗੁਰੂ ਸਰ ਸਮਾਂ ਲੰਘਿਆ, ਸਤਿਗੁਰ ਦੇ ਦਰ ਤੇ ਬਹੁਤ ਸਾਰੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਮਾਤਾ ਨਾਨਕੀ ਜੀ ਨੇ, ਮਾਮਾ ਕਿਰਪਾਲ ਚੰਦ ਜੀ ਨੇ
ਬਹੁਤ ਸਾਰੀਆਂ ਮਠਿਆਈਆਂ, ਲੋੜਵੰਦਾਂ ਨੂੰ ਵਸਤਰ, ਮਾਇਆ ਇਤਿਆਦਿਕ ਵੰਡੀ ਹੈ। ਤੇ ਬਹੁਤ ਸਾਰੀਆਂ ਸੰਗਤਾਂ, ਕੋਈ ਆ ਰਿਹਾ ਕੋਈ ਜਾ ਰਿਹਾ ਹੈ। ਬੜੀਆਂ ਰੌਣਕਾਂ ਪਟਨੇ ਦੀ ਧਰਤੀ ਤੇ ਲੱਗੀਆਂ ਹੋਈਆਂ ਹਨ। ਇੱਧਰੋਂ ਕੁਝ ਦਿਨਾਂ ਬਾਅਦ ਪੈਦਲ ਸਫਲ ਕਰਦੇ ਹੋਏ ਪੀਰ ਭੀਖਣ ਸ਼ਾਹ ਜੀ ਵੀ ਕਹਿੰਦੇ ਨੇ ਗੁਰਦੇਵ ਪਿਤਾ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਟਨੇ ਦੀ ਧਰਤੀ ਤੇ ਪਹੁੰਚ ਗਏ, ਜਿੱਥੇ ਹਰਿਮੰਦਰ ਸਾਹਿਬ ਤਖਤ ਪਟਨਾ ਸਾਹਿਬ ਬਣਿਆ ਹੋਇਆ ਹੈ। ਉਹਦੇ ਬਾਹਰ ਕਹਿੰਦੇ ਭੀਖਣ ਸ਼ਾਹ ਜੀ ਨੇ ਆਪਣਾ ਡੇਰਾ ਲਾ ਲਿਆ। ਅੰਦਰ ਜਾ ਕੇ ਸੁਨੇਹਾ ਦੇਣਾ ਕੀਤਾ ਕਿ ਅਸੀਂ ਬਾਲਕ ਦੇ ਦਰਸ਼ਨ ਦੀਦਾਰੇ ਕਰਨ ਹਿੱਤ ਆਏ ਹਾਂ। ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਬਾਲਕ ਪ੍ਰਗਟ ਹੋਇਆ ਹੈ, ਸਾਨੂੰ ਉਸ ਇਲਾਹੀ ਨੂਰ ਦੇ ਦੀਦਾਰ ਕਰਾਣਾ ਕਰੋ। ਜਦੋਂ ਮਾਮਾ ਕਿਰਪਾਲ ਚੰਦ ਨੇ ਖਬਰ ਸੁਣੀ, ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਅੱਗੋਂ ਇਨਕਾਰ ਕਰ ਦਿੱਤਾ। ਇਨਕਾਰ ਕੀਤਾ ਤੇ ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ ਕਿ ਉਦੋਂ ਤੱਕ ਮੈਂ ਸਤਿਗੁਰ ਦਾ ਦਰ ਛੱਡ ਕੇ ਨਹੀਂ ਜਾਵਾਂਗਾ ਜਦੋਂ ਤੱਕ ਆਪ ਜੀ ਮੈਨੂੰ ਬਾਲਕ ਦੇ ਦੀਦਾਰ ਨਹੀਂ ਕਰਾਉਂਦੇ। ਨਾ ਮੈਂ ਕੁਝ ਖਾਵਾਂਗਾ ਨਾ ਪੀਵਾਂਗਾ, ਇਸੇ ਤਰ੍ਹਾਂ ਭੁੱਖਾ ਹੀ ਬੈਠਾ ਰਹਾਂਗਾ। ਜੋ ਪੀਰ ਦਾ ਇਹ ਸਿਰ ਦੇਖਣਾ ਕੀਤਾ, ਫਿਰ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਜੀ ਦਾ ਪਹਿਲੀ ਵਾਰੀ ਕਹਿੰਦੇ ਨੇ ਉਸ ਸਮੇਂ ਬਾਲ ਗੋਬਿੰਦ ਰਾਏ ਜੀ ਨੂੰ ਬਾਹਰ ਲਿਆਂਦਾ ਗਿਆ। ਸੋਹਣੀ ਵਿਛਾਈ ਕੀਤੀ ਗਈ ਹੈ, ਸ਼ਮਿਆਨੇ ਲਾਏ ਗਏ ਤੇ ਸੁੰਦਰ ਵਸਤਰ ਬਾਲਕ ਗੋਬਿੰਦ ਰਾਏ ਜੀ ਨੂੰ ਪਹਿਨਾਏ ਗਏ ਹਨ। ਤੇ ਮਾਤਾ ਗੁਜਰੀ ਦੀ ਗੋਦ ਵਿੱਚ ਮਾਮਾ ਕਿਰਪਾਲ ਚੰਦ ਜੀ ਨਾਲ ਲੈ ਕੇ ਆਏ ਨੇ। ਤੇ ਜਦੋਂ ਬਾਹਰ ਆਏ ਨੇ, ਪੀਰ ਭੀਖਣ ਸ਼ਾਹ ਜੀ ਨੇ ਪਹਿਲੀ ਵਾਰੀ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕੀਤੇ। ਇਤਿਹਾਸਕਾਰ ਲਿਖਦੇ ਨੇ ਜਿਹੜੇ ਮੁਸਲਮਾਨ ਪੀਰ ਨੇ ਨਾ, ਇਹ ਸ਼ੰਕਾਵਾਦੀ ਨੇ। ਇਹਨਾਂ ਦੇ ਮਨ ਸ਼ੰਕਾ ਪੈਦਾ ਹੁੰਦੀ ਹੈ ਤੇ ਸ਼ੰਕਾ ਪੈਦਾ ਕੀਤੀ ਬਾਲ ਗੋਬਿੰਦ ਰਾਏ ਦੇ ਪ੍ਰਤੀ। ਸ਼ੰਕਾ ਕਿਹੜੀ ਪੈਦਾ ਹੋਈ? ਕਿਉਂਕਿ ਇਹਨੂੰ ਪਤਾ ਸੀ ਕਿ ਇਸਲਾਮ ਦਾ ਰਾਜ ਹੈ, ਇਸਲਾਮ ਦੇ ਵਿੱਚ ਲੋਕਾਂ ਉੱਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਹੈ। ਜਦੋਂ ਜਦੋਂ ਵੀ ਸੰਸਾਰ ਉੱਤੇ ਜ਼ੁਲਮ ਹੁੰਦਾ, ਪਾਪ ਵੱਧਦੇ ਨੇ ਤੇ ਪਾਪਾਂ ਨੂੰ ਠੱਲ ਪਾਉਣ ਦੇ ਲਈ ਪਰਮੇਸ਼ਰ ਖੁਦ ਖੁਦਾ ਕਿਸੇ ਨਾ ਕਿਸੇ ਰੂਪ ਵਿੱਚ ਸੰਸਾਰ 'ਚ ਪ੍ਰਗਟ ਹੁੰਦਾ ਹੈ। ਹੁਣ ਮਨ 'ਚ ਇਹ ਵਿਚਾਰ ਆ ਰਹੀ ਹੈ ਕਿ ਇਸਲਾਮ ਦਾ ਰਾਜ ਹੈ, ਕਿਤੇ ਇਸਲਾਮ ਦੇ ਖਾਤਮੇ ਦੇ ਲਈ ਇਹ ਬਾਲਕ ਪ੍ਰਗਟ ਤਾਂ ਨਹੀਂ ਹੋਇਆ ਹੈ। ਫਿਰ ਮਨ 'ਚ ਵਿਚਾਰਾਂ ਕਰਦਾ, ਖੁਦਾ ਦੀ ਸਾਰੀ ਖੇਡ ਹੈ, ਖੁਦਾ ਦਾ ਇਹ ਨੂਰ ਹਨ ਤੇ ਹੋ ਸਕਦਾ ਸਾਰਿਆਂ ਦੇ ਸਾਂਝੇ ਹੋਣਗੇ। ਵਿਚਾਰਾਂ ਕਰਦਿਆਂ ਹੋਇਆਂ ਕਿ ਦੋ ਕੂਜੀਆਂ ਹੱਥ ਵਿੱਚ ਲਈਆਂ ਨੇ, ਇੱਕ ਵਿੱਚ ਦੁੱਧ ਪਾਇਆ ਤੇ ਇੱਕ ਵਿੱਚ ਪਾਣੀ ਪਾਇਆ, ਤੇ ਮਨ 'ਚ ਵਿਚਾਰ ਹੈ ਜੇ ਇੱਕ ਕੂਜੀ ਉੱਤੇ ਹੱਥ, ਜਿਹੜੀ ਕੂਜੀ ਉੱਤੇ ਹੱਥ ਰੱਖ ਦੇਣਗੇ ਫਿਰ ਮੈਂ ਫੈਸਲਾ ਕਰ ਲਵਾਂਗਾ। ਜਦੋਂ ਹੁਣ ਬਾਲਕ ਗੋਬਿੰਦ ਰਾਏ ਨੂੰ ਬਾਹਰ ਲੈ ਕੇ ਆਏ, ਦੋਨੋਂ ਕੂਜੀਆਂ ਅੱਗੇ ਕੀਤੀਆਂ ਨੇ ਤੇ ਬਾਲਕ ਨੇ ਛੋਟੇ ਛੋਟੇ ਕਰ ਕਮਲਾਂ ਦੇ ਰਾਹੀਂ ਦੋਨਾਂ ਕੂਜੀਆਂ ਉੱਤੇ ਆਪਣੇ ਹੱਥ ਰੱਖ ਦਿੱਤੇ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ, ਕਹਿੰਦੇ ਉਹ ਜਿਹੜਾ ਪਾਣੀ ਸੀ ਤੇ ਦੁੱਧ ਥੱਲੇ ਡਿੱਗਿਆ, ਦੋਨੋਂ ਆਪਸ 'ਚ ਇਕੱਠਾ ਹੋ ਗਏ ਆ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਮੈਸੇਜ ਦੇ ਦਿੱਤਾ ਕਿ ਅਸੀਂ ਸਾਰਿਆਂ ਦੇ ਸਾਂਝੇ ਹਾਂ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ। ਅਸੀਂ ਅਬਰ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਸਲ ਦੇ ਵਿੱਚ ਕਿਉਂਕਿ ਉਹ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਦੋਂ ਇਸਲਾਮ ਦੀ ਹੁਕੂਮਤ ਸੀ, ਮੁਸਲਮਾਨ ਜਿਹੜੀ ਹੁਕੂਮਤ ਚੱਲ ਰਹੀ ਸੀ, ਜਿਹੜੀ ਜਨਤਾ ਉੱਤੇ ਜ਼ੁਲਮ ਕਰ ਰਹੇ ਸਨ। ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਸਾਹਿਬ ਚੁੱਕੀ ਹੈ, ਤਲਵਾਰ ਚੁੱਕੀ ਹੈ। ਜੇ ਇਹਦੇ ਉਲਟ ਜੇ ਮਾਨੋ ਹਿੰਦੂ ਰਾਸ਼ਟਰ ਹੁੰਦਾ, ਹਿੰਦੂ ਰਾਜ ਹੁੰਦਾ, ਹਿੰਦੂ ਲੋਕ ਮੁਸਲਮਾਨਾਂ ਉੱਤੇ ਅਤਿਆਚਾਰ ਕਰਦੇ ਹੁੰਦੇ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਤਲਵਾਰ ਨਹੀਂ ਚੁੱਕਣੀ ਸੀ ਤੇ ਸਤਿਗੁਰੂ ਮਹਾਰਾਜ ਨੇ ਫਿਰ ਵੀ ਗੁਰੂ ਸਿਰ ਤਲਵਾਰ ਚੁੱਕਣੀ ਸੀ। ਅਸਲ ਵਿੱਚ
ਕਿਸੇ ਮਜ਼ਹਬ ਨਾਲ, ਕਿਸੇ ਫਿਰਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਝਗੜਾ ਨਹੀਂ ਸੀ। ਝਗੜਾ ਸੀ ਜ਼ੁਲਮ ਦੇ ਨਾਲ। ਜਿੱਥੇ ਜ਼ੁਲਮ ਕੀਤਾ ਜਾਂ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰਦੇਵ ਪਿਤਾ ਮਹਾਰਾਜ ਸੰਸਾਰ 'ਚ ਪ੍ਰਗਟ ਹੋਏ ਨੇ। ਉਹ ਚਾਹੇ ਇਸਲਾਮ ਦੇ ਲਿਬਾਸ ਵਾਲਾ ਹੋਵੇ, ਚਾਹੇ ਉਹ ਮੁਸਲਮਾਨ ਦੇ ਲਿਬਾਸ ਵਾਲਾ, ਵਾਹਿਗੁਰੂ ਹਿੰਦੂ ਲਿਬਾਸ ਵਾਲਾ ਹੋਵੇ। ਤੇ ਸਤਿਗੁਰ ਦਾ ਮੇਨ ਮਕਸਦ ਸੀ ਕਿ ਭੁੱਲੇ ਭਟਕਿਆਂ ਨੂੰ, ਕਰਾਹੇ ਪਿਆਂ ਨੂੰ ਰਾਹ ਪਾਉਣਾ, ਇੱਕ ਅਕਾਲ ਪੁਰਖ ਦੇ ਲੜ ਜੋੜਨਾ। ਇਹ ਸਤਿਗੁਰ ਦਾ ਮੇਨ ਮਕਸਦ ਸੀ ਗੁਰੂ ਸਵਾਰਿਆ। ਇਸ ਕਰਕੇ ਗੁਰਦੇਵ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਪਨ ਵਿੱਚ ਅਨੇਕਾਂ ਪ੍ਰਕਾਰ ਦੇ ਕੌਤਕ ਕੀਤੇ। ਕਹਿੰਦੇ ਇੱਕ ਦਿਨ ਬਹੁਤ ਸਾਰੀ ਸੰਗਤ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਪਟਨੇ ਦੀ ਧਰਤੀ ਤੇ ਚੱਲ ਕੇ ਆਈ। ਜੋ ਸੰਗਤ ਚੱਲ ਕੇ ਆਈ ਹੈ ਤੇ ਉਸ ਸਮੇਂ ਕਹਿੰਦੇ ਨੇ ਮਾਤਾ ਜੀ ਨੇ ਅੱਜ ਬਾਲਕ ਨੂੰ ਤਿਆਰ ਕੀਤਾ। ਛੋਟੀ ਉਮਰ ਹੈ, ਗੋਦ ਵਿੱਚ ਖੇਡਦੇ ਨੇ। ਕਹਿੰਦੇ ਨੇ ਅੱਜ ਮਾਤਾ ਜੀ ਨੇ ਸੁੰਦਰ ਦਸਤਾਰ ਸਜਾਈ। ਮਾਤਾ ਗੁਜਰੀ ਜੀ ਨੇ ਸੀਸ ਉੱਤੇ ਸੁੰਦਰ ਦਸਤਾਰ ਸਜਾਈ, ਸੋਹਣੀ ਪੋਸ਼ਾਕ ਪਹਿਨਾਈ ਹੈ। ਪੋਸ਼ਾਕ ਪਹਿਨਾਉਣ ਉਪਰੰਤ ਸੋਹਣਾ ਜਦੋਂ ਵਿਛਾਈ ਕੀਤੀ ਗਈ ਨਾ, ਤੇ ਮਾਤਾ ਜੀ ਬਾਹਰ ਲੈ ਕੇ ਆਏ ਨੇ ਬਾਲਕ ਨੂੰ, ਬਾਲ ਗੋਬਿੰਦ ਰਾਏ ਜੀ ਨੂੰ। ਜਦੋਂ ਬਾਹਰ ਲੈ ਕੇ ਆਏ ਨੇ ਤੇ ਉਸ ਸਮੇਂ ਇੱਕ ਮਾਈ ਆਈ ਹੈ। ਮਾਈ ਨੇ ਇੱਕ ਛੋਟੀ ਜੀ ਕਲਗੀ ਮੋਤੀਆਂ ਨਾਲ ਜੜਤ ਕੀਤੀ ਹੋਈ ਉਹ ਤਿਆਰ ਕੀਤੀ ਹੈ, ਛੋਟੀ ਜੀ ਕਲਗੀ। ਕਹਿੰਦੇ ਨੇ ਸਤਿਗੁਰ ਨੂੰ ਉਹ ਕਲਗੀ ਭੇਟਾ ਕੀਤੀ। ਕਲਗੀ ਭੇਟਾ ਕੀਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਸੀਸ ਉੱਤੇ, ਦਸਤਾਰ ਉੱਤੇ ਉਹ ਕਲਗੀ ਸਜਾ ਦਿੱਤੀ। ਜਦੋਂ ਕਲਗੀ ਸਜਾਈ ਹੈ ਤੇ ਉਦੋਂ ਤੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਪੈ ਗਿਆ ਕਲਗੀਆਂ ਵਾਲੇ ਪਾਤਸ਼ਾਹ। ਆਪਾਂ ਪੜ੍ਹਦੇ ਹਾਂ ਨਾ, ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਤਿਗੁਰੂ, ਬਾਦਸ਼ਾਹ ਦਰਵੇਸ਼ ਪੜ੍ਹਦੇ ਆ। ਇਹ ਗੁਰੂ ਸਰ ਸਤਿਗੁਰ ਦੇ ਨਾਮ, ਸਤਿਗੁਰ ਦੀਆਂ ਜੋ ਕੌਤਕ ਕੀਤੇ ਨੇ ਪਾਤਸ਼ਾਹ ਨੇ, ਉਹਨੂੰ ਦੇਖ ਕੇ ਇਹ ਗੁਰੂ ਕੇ ਸ਼ਰਧਾਲੂਆਂ ਨੇ ਹੀ ਇਹ ਨਾਮ ਰੱਖਣਾ ਕੀਤੇ ਨੇ। ਸਮਾਂ ਸੀਮਤ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇੱਕ ਬੇਨਤੀ ਕਰਕੇ ਮੈਂ ਖਿਮਾ ਮੰਗ ਲੈਣੀ ਹੈ। ਸ਼ਾਹ ਮੁਹੰਮਦ ਲਤੀਫ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਿਫਤਸਲਾ ਲਿਖਣ ਲੱਗਿਆ। ਜਦੋਂ ਲਿਖਣ ਲੱਗਿਆ ਨਾ, ਕਲਮ ਚੁੱਕ ਲਈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨੀ ਲਿਖਣੀ ਹੈ। ਜਦੋਂ ਹੁਣ ਕਿਤਾਬ ਨੂੰ ਖੋਲ੍ਹਿਆ, ਹਿਸਟਰੀ ਪੜ੍ਹਨ ਲੱਗਿਆ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ, ਕਹਿੰਦੇ ਕਲਮ ਰੁਕ ਗਈ। ਸੋਚਦਾ ਹੈ, ਜੇ ਕਹਿਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤਸਲਾ ਮੈਂ ਨਹੀਂ ਲਿਖ ਸਕਦਾ ਹਾਂ। ਕਹਿਣ ਲੱਗੇ ਕਿਉਂ ਨਹੀਂ ਲਿਖ ਸਕਦੇ? ਕਹਿਣ ਲੱਗੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਰੂਪ ਹੋਵੇ ਫਿਰ ਤਾਂ ਮੈਂ ਲਿਖ ਸਕਦਾ ਹਾਂ, ਤੇ ਕਲਗੀਧਰ ਪਾਤਸ਼ਾਹ ਦੇ ਅਨੇਕਾਂ ਹੀ ਰੂਪ ਨੇ। ਕਹਿਣ ਲੱਗਿਆ ਜਦੋਂ ਮੈਂ ਦੇਖਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਕਲਮ ਪਕੜੀ ਹੋਈ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ 'ਚ ਕਲਮ ਪਕੜੀ ਹੋਈ ਹੈ, ਤੇ ਸਤਿਗੁਰੂ ਜੀ ਮੈਨੂੰ ਵੱਡੇ ਵਿਦਵਾਨ ਫਿਲਾਸਫਰ ਜਾਪਦੇ ਨੇ ਕਿ ਮਹਾਨ ਕਵੀ ਹਨ ਸਤਿਗੁਰੂ ਜੀ। ਕਵਿਤਾਵਾਂ ਸਤਿਗੁਰੂ ਮਹਾਰਾਜ ਲਿਖ ਰਹੇ ਨੇ ਤੇ ਮੈਨੂੰ ਉਦੋਂ ਪਾਉਂਟਾ ਸਾਹਿਬ ਦੀ ਧਰਤੀ ਯਾਦ ਆ ਜਾਂਦੀ ਹੈ। ਫਿਰ ਮੈਂ ਸੋਚਿਆ ਕਿ ਚਲੋ ਮੈਂ ਸਤਿਗੁਰੂ ਇਹ ਕਵੀ ਹਨ, ਮੈਂ ਕਵੀ ਦੇ ਰੂਪ ਵਿੱਚ ਸਤਿਗੁਰੂ ਦਾ ਜੀਵਨ ਲਿਖਣਾ ਕਰਾਂ। ਕਹਿੰਦੇ ਜਦੋਂ ਉਸ ਕਿਤਾਬ ਦਾ ਅਗਲਾ ਪੰਨਾ ਮੈਂ ਪਲਟਾਣਾ ਕੀਤਾ ਤੇ ਅਗਲੇ ਪੰਨੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਸ਼੍ਰੀ ਸਾਹਿਬ ਪਕੜੀ ਹੋਈ ਹੈ। ਤੇ ਉਦੋਂ ਫਿਰ ਮੈਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਮੇ ਜਾਪਦੇ ਨੇ, ਤੇ ਜਿਵੇਂ ਸੂਰਮਾ ਮੈਦਾਨੇ ਜੰਗ ਜੂਝਦਾ ਹੋਇਆ ਬੈਰੀਆਂ ਦੇ ਆਹੂ ਲਾ ਰਿਹਾ ਏ, ਤੇ ਮੈਂ ਸਤਿਗੁਰੂ ਦਾ ਜੀਵਨ ਕਿਵੇਂ ਲਿਖਣਾ ਕਰਾਂ। ਜੋ ਸਤਿਗੁਰੂ ਸੋਨੇ ਦੇ ਸਿੰਘਾਸਣ ਉੱਤੇ ਆ ਕੇ ਬੈਠਦੇ ਨੇ, ਸੀਸ ਉੱਤੇ ਕਲਗੀ ਜਗਾਏ, ਲੋਕ ਆ ਕੇ ਸਜਦਾ ਕਰਦੇ, ਨਮਸਕਾਰਾਂ ਕਰਦੇ ਨੇ। ਸ਼ਾਹ ਮੁਹੰਮਦ ਲਿਖਦਾ, ਕਹਿੰਦਾ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਬਾਦਸ਼ਾਹ ਨਜ਼ਰ ਆਉਂਦੇ ਨੇ। ਮੈਂ ਕਿਹਦੀ ਸਿਫਤ ਲਿਖਾਂ? ਇੱਕ ਕਵੀ ਦੀ ਗੱਲ ਲਿਖਣਾ ਕਰਾਂ ਜਾਂ ਮੈਂ ਸਤਿਗੁਰ ਦੇ ਸੂਰਮਤਾ ਦੀ ਗੱਲ ਕਰਾਂ
ਜਾਂ ਮੈਂ ਸਤਿਗੁਰ ਦੇ ਬਾਦਸ਼ਾਹ ਦੀ ਗੱਲ ਕਰਾਂ, ਫਿਰ ਕਹਿੰਦੇ ਜਦੋਂ ਅੱਗੇ ਮੈਂ ਅਗਲਾ ਪੰਨਾ ਕਹਿੰਦੇ ਕਿਤਾਬ ਦਾ ਪਲਟਾਣਾ ਕੀਤਾ, ਅੱਗੇ ਪੜ੍ਹਿਆ ਸਤਿਗੁਰ ਦਾ ਜੀਵਨ, ਤੇ ਮੈਨੂੰ ਫਿਰ ਉਹ ਤਰੀਕ ਮਿਲੀ ਹੈ 30 ਮਾਰਚ 1699, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਦੇ ਸਿਰ ਲੈ ਕੇ ਪੰਜ ਪਿਆਰਿਆਂ ਨੂੰ ਨਵਾਜਣਾ ਕੀਤਾ, ਉਹਨੂੰ ਚਿਰਜੀਵ ਕੀਤਾ, ਖੰਡੇ ਬਾਟੇ ਦਾਤ ਦਿੱਤੀ, ਪੀਓ ਪਾਹੁਲ ਖੰਡ ਧਾਰ ਹੋਏ ਜਨਮ ਸਹੇਲਾ। ਫਿਰ ਸਤਿਗੁਰੂ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੱਗੇ ਉਹਨਾਂ ਪੰਜਾਂ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ ਕਿ ਐ ਖਾਲਸਾ ਜੀ ਮੈਨੂੰ ਵੀ ਖੰਡੇ ਦੀ ਦਾਤ ਦੇਣਾ ਕਰੋ, ਤੇ ਮੈਂ ਆਪੇ ਗੁਰ ਚੇਲਾ ਵੀ ਸਤਿਗੁਰੂ ਮਹਾਰਾਜ ਬਣੇ ਨੇ। ਕਿ ਉੱਥੇ ਮੈਨੂੰ ਸਤਿਗੁਰੂ ਇੱਕ ਸੇਵਕ ਨਜ਼ਰ ਆਉਂਦਾ ਏ। ਚਾਰ ਪੱਖ ਸ਼ਾਹ ਮੁਹੰਮਦ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਿਖ ਦੇਖਣਾ ਕੀਤੇ। ਕਹਿਣ ਲੱਗੇ ਸਤਿਗੁਰੂ ਜੀ, ਸਤਿਗੁਰੂ ਮਹਾਰਾਜ ਬਾਦਸ਼ਾਹ ਦਰਵੇਸ਼ ਵੀ ਹਨ, ਸਤਿਗੁਰੂ ਮਹਾਰਾਜ ਇੱਕ ਮਹਾਨ ਕਵੀ ਵੀ ਹਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮਹਾਨ ਸੂਰਮੇ ਵੀ ਹਨ। ਸੂਰਮੇ ਐਸੇ ਨੇ ਕਿ ਦੇਖੋ ਕਿਸ ਤਰੀਕੇ ਨਾਲ ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਆ ਨਾ, ਜਿੱਥੇ ਆਪਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਦਾਰੇ, ਜਿੱਥੇ ਖਾਲਸੇ ਜਨਮ ਹੋਇਆ ਹੈ, ਉੱਥੇ ਨਾਲ 5 ਕਿਲੇ ਸਿਰਜੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। 5 ਕਿਲੇ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ, ਕਿਲਾ ਤਾਰਾਗੜ੍ਹ ਸਾਹਿਬ। ਇਸ ਤਰੀਕੇ ਨਾਲ ਉਹ ਥਾਵਾਂ ਤਾਂ ਦੇ ਕਿਲੇ ਸਿਰਜੇ ਨੇ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ। ਜਿਵੇਂ ਇੱਕ ਵੱਡਾ ਜਰਨੈਲ, ਜਿਵੇਂ ਇੱਕ ਸੈਨਾਪਤੀ ਮੈਦਾਨੇ ਜੰਗ ਵਿੱਚ ਭੂਮਿਕਾ ਨਿਭਾਉਂਦਾ ਨਾ, ਵੱਡੇ ਵੱਡੇ ਕਿਲੇ ਸਿਰਜ ਕੇ ਗੁਰੂ ਸਵਾਰਿਓ ਦੁਸ਼ਮਣ ਨਾਲ ਮੁਕਾਬਲਾ ਕਰਦਾ ਏ। ਤੇ ਸਤਿਗੁਰੂ ਨੇ ਆਪਣੀ ਸੂਰਮਗਤੀ ਦੇ ਰਾਹੀਂ, ਆਪਣੀ ਸੂਝ-ਬੂਝ ਦੇ ਰਾਹੀਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਜਣਾਇਆ ਕਿ ਕਿਸੇ ਵੀ ਪਾਸੋਂ ਕੋਈ ਦੁਸ਼ਮਣ ਦਲ ਚੜ੍ਹ ਕੇ ਆਵੇ ਨਾ, ਅਸੀਂ ਨਾ ਕਿਲਿਆਂ ਦਾ ਸਹਾਰਾ ਲੈ ਕੇ ਦੁਸ਼ਮਣ ਨਾਲ ਮੁਕਾਬਲਾ ਕਰ ਸਕਦੇ ਹਾਂ। ਹੋਇਆ ਵੀ ਇੰਝ ਸੀ ਗੁਰੂ ਸਵਾਰਿਓ। ਜੋ 10 ਲੱਖ ਫੌਜਾਂ ਚਾਰੋਂ ਪਾਸੋਂ ਘੇਰਾ ਪਾਉਂਦੀਆਂ ਨੇ, ਇੱਕ ਪਾਸੇ ਪਹਾੜੀਏ ਨੇ, ਇੱਕ ਪਾਸੇ ਤੁਰਕਾਨੇ ਦੀਆਂ ਫੌਜਾਂ ਨੇ, ਚਾਰੋਂ ਪਾਸੋਂ ਘੇਰਾ ਪਾਇਆ ਹੋਇਆ। ਆਨੰਦਪੁਰ ਸਾਹਿਬ ਅੰਦਰ ਪ੍ਰਵੇਸ਼ ਹੋਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹਨਾਂ ਕਿਲਿਆਂ ਦਾ ਸਹਾਰਾ ਗੁਰੂ ਕੇ ਸਿੰਘਾਂ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ ਲਿਆ, ਜਿਸ ਕਰਕੇ ਗੁਰੂ ਸਵਾਰਿਓ ਇਹ ਦੁਸ਼ਮਣ ਦਲ ਅੰਦਰ ਨਹੀਂ ਵੜ ਸਕਿਆ ਸੀ। ਅਖੀਰ ਤੇ ਨਾ ਗੋਡੇ ਟੇਕਣੇ ਵੇ, ਮਿੰਨਤਾਂ ਕੀਤੀਆਂ ਸੀ ਕਿ ਸਤਿਗੁਰੂ ਆਪ ਆਨੰਦਪੁਰ ਸਾਹਿਬ ਛੱਡ ਜਾਓ, ਅਸੀਂ ਆਪ ਜੀ ਨੂੰ ਕੁਝ ਨਹੀਂ ਆਖਾਂਗੇ। ਸੋ ਐਸੇ ਦੀਨ ਦਿਆਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਜੋ ਜੀਵਨ ਹੈ, ਕਹਿਣ ਕਥਨ ਤੋਂ ਪਰੇ ਹੈ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਦੁਆਰਾ ਫਿਰ ਲੱਖ ਲੱਖ ਵਧਾਈ। ਸੋ ਗੁਰੂ ਸਵਾਰਿਓ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡੇ ਇਹ ਦਿਨ ਦਿਹਾੜੇ